ਤੇ ਮੇਰਾ ਜਿਹੜਾ ਪੇਪਰ ਹੈ ਉਹ ਹੈ ਕਿ ਆਧੁਨਿਕ ਪੰਜਾਬੀ ਗੀਤਾਂ ਵਿੱਚ ਦਲਿਤ ਵਰਗ ਦੀ ਪੇਸ਼ਕਾਰੀ। ਪਹਿਲਾਂ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਹਾਸ਼ੀਆਗਤ ਜਾਂ ਸਬਾਲਟਰ ਪਛਾਣਾਂ ਦੇ ਅਧੀਨ ਵੱਖ-ਵੱਖ ਸ਼੍ਰੇਣੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਕਬੀਲਿਆਂ ਨੂੰ ਮੰਨ ਲਿਆ ਜਾਂਦਾ ਹੈ, ਕਿੰਨਰਾਂ ਨੂੰ ਮੰਨ ਲਿਆ ਜਾਂਦਾ ਜਾਂ ਭਾਪਿਆਂ ਨੂੰ ਮੰਨ ਲਿਆ ਜਾਂਦਾ। ਪਰ ਮੇਰਾ ਜਿਹੜਾ ਪੇਪਰ ਹੈ ਉਹ ਦਲਿਤ ਵਰਗ ਨਾਲ ਸੰਬੰਧਿਤ ਹੈ, ਕਿਉਂਕਿ ਜਿਹੜੇ ਕਿੰਨਰਾਂ ਨਾਲ ਸੰਬੰਧਿਤ ਗੀਤ ਨੇ ਜਾਂ ਕਬੀਲਿਆਂ ਨਾਲ ਸੰਬੰਧਿਤ ਗੀਤ ਨੇ ਉਹ ਜ਼ਿਆਦਾਤਰ ਨਹੀਂ ਮਿਲਦੇ। ਇਸ ਕਰਕੇ ਮੈਂ ਦਲਿਤ ਵਰਗ ਨਾਲ ਸੰਬੰਧਿਤ ਗੀਤਾਂ ਨੂੰ ਹੀ ਕੇਂਦਰ ਵਿੱਚ ਰੱਖਿਆ ਹੈ। ਆਧੁਨਿਕ ਪੰਜਾਬੀ ਗੀਤਾਂ ਵਿੱਚ ਦਲਿਤ ਵਰਗ ਵਿੱਚ ਆਉਂਦੇ ਵੱਖ ਗੀਤ ਮਿਲਦੇ ਨੇ। ਇਹਨਾਂ ਨੂੰ ਦੋ ਪੱਖ ਮਿਲਦੇ ਨੇ। ਇੱਕ ਪੱਖ ਤਾਂ ਉਹ ਗੀਤਾਂ ਦਾ ਮਿਲਦਾ ਹੈ ਜਿਨ੍ਹਾਂ ਵਿੱਚ ਦਲਿਤ ਵਰਗ ਦੇ ਦੁਸ਼ਵਾਰ ਜੀਵਨ ਦੀ ਪੇਸ਼ਕਾਰੀ, ਲਾਚਾਰੀ, ਅਤ੍ਰਿਪਤ ਰੀਝਾਂ, ਹੀਣਤਾ ਅਤੇ ਹੱਡ ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਵੀ ਗੁਰਬਤ ਵਿੱਚ ਜੀਵਨ ਬਤੀਤ ਕਰਨ ਦੀ ਤਰਾਸਦੀ ਨੂੰ ਪੇਸ਼ ਕੀਤਾ ਗਿਆ। ਇੱਕ ਪੱਖ ਤਾਂ ਇਹ ਹੈ, ਅਤੇ ਦੂਜਾ ਪੱਖ ਉਹ ਹੈ ਜਿਨ੍ਹਾਂ ਵਿੱਚ ਦਲਿਤ ਵਰਗ ਹੀਣਤਾ ਦੀ ਥਾਂ ਆਪਣੀ ਜਾਤ ਅਤੇ ਮਾਣ ਹੀ ਨਹੀਂ ਸਗੋਂ ਹੰਕਾਰ ਕਰਦਾ ਦਿਖਾਈ ਦਿੰਦਾ ਹੈ। ਇਸ ਵਿੱਚ ਉਹ ਗੱਡੀਆਂ ਦਾ ਸ਼ੌਕੀਨ ਵੀ ਹੈ, ਵੱਡੀਆਂ ਕੋਠੀਆਂ ਵੀ ਰੱਖਦਾ ਹੈ, ਹਥਿਆਰਾਂ ਦੀ ਵੀ ਰੱਖਦਾ ਹੈ, ਲੜਾਈ ਤੋਂ ਵੀ ਨਹੀਂ ਡਰਦਾ। ਇਹ ਦੋ ਤਰ੍ਹਾਂ ਦੇ ਪੱਖ ਮੈਂ ਬਣਾ ਲਏ। ਇੱਕ ਨੂੰ ਮੈਂ ਸਾਹਿਤਕ ਗੀਤ ਕਹਿ ਸਕਦਾ ਅਤੇ ਦੂਜਿਆਂ ਨੂੰ ਮੈਂ ਪਾਪੂਲਰ ਗੀਤ ਕਹਿ ਰਿਹਾ। ਅਤੇ ਪਾਪੂਲਰ ਗੀਤ ਮੈਂ ਇਸ ਲਈ ਕਹਿਣਾ ਕਿਉਂਕਿ ਇਹਨਾਂ ਦਾ ਜਿਹੜਾ ਸੰਗੀਤ ਹੈ ਉਹ ਪਾਪੂਲਰ ਤੋਂ ਪ੍ਰਭਾਵਿਤ ਹੈ, ਇਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਵੀ ਪਾਪੂਲਰ ਗੀਤਾਂ ਤੋਂ ਪ੍ਰਭਾਵਿਤ ਹੈ, ਅਤੇ ਇਹਨਾਂ ਦਾ ਜਿਹੜਾ ਅੰਦਾਜ਼ ਹੈ ਉਹ ਵੀ ਵੱਖਰਾ ਹੈ ਸਾਹਿਤਕ ਗੀਤਾਂ ਦੇ ਮੁਕਾਬਲਤਨ। ਅਤੇ ਇਸ ਤੋਂ ਬਾਅਦ ਮੈਂ ਇਹ ਕੀਤਾ ਹੈ ਕਿ ਜਿਹੜੇ ਵੱਖ-ਵੱਖ ਜਿਹੜੇ ਦੂਜੇ ਰੂਪਾਕਾਰ ਨੇ, ਜਿਵੇਂ ਸਵੈ ਜੀਵਨੀ ਹੋ ਗਈ, ਨਾਵਲ ਹੋ ਗਿਆ, ਕਹਾਣੀ ਹੋ ਗਈ ਜਾਂ ਨਾਟਕ ਹੋ ਗਿਆ, ਇਹਨਾਂ ਵਿੱਚ ਕਿਵੇਂ ਪੇਸ਼ ਕੀਤਾ ਗਿਆ ਹੈਗਾ ਦਲਿਤ ਵਰਗ ਨੂੰ। ਤਾਂ ਮੈਨੂੰ ਇੱਕ ਵੱਖਰਤਾ ਗੀਤ ਵਿੱਚ ਇਹ ਮਿਲੀ ਕਿ ਇਹਨਾਂ ਗੀਤਾਂ ਵਿੱਚ ਇਹਨਾਂ ਜਿਹੜੇ ਕਾਵਿ ਰੂਪਾਕਾਰ ਨੇ ਇਹਨਾਂ ਵਿੱਚ ਦਲਿਤ ਸੰਬੰਧੀ ਜਾਤੀ ਸੂਚਕ ਸ਼ਬਦ ਵਰਤ ਕੇ ਉਹਨਾਂ ਨੂੰ ਭੰਡਿਆ ਗਿਆ ਹੈਗਾ, ਉਹਨਾਂ ਨੂੰ ਨੀਵਾਂ ਦਿਖਾਇਆ ਗਿਆ ਹੈਗਾ, ਹੀਣ ਭਾਵਨਾ ਹੀਣੇ ਦਿਖਾਇਆ ਗਿਆ ਹੈਗਾ। ਪਰ ਗੀਤਾਂ ਵਿੱਚ ਇਹ ਚੀਜ਼ ਨਹੀਂ ਮਿਲਦੀ। ਇਹ ਕਿਉਂ ਨਹੀਂ ਮਿਲਦੀ ਹੁਣ ਮੈਂ ਇਹ ਦੱਸਦਾ। ਦੂਜੇ ਸਾਹਿਤ ਰੂਪਾਂ ਅਤੇ ਰੂਪਾਕਾਰਾਂ ਵਿੱਚ ਪੇਸ਼ ਹੋਏ ਦਲਿਤ ਵਰਗ ਦੀ ਪੇਸ਼ਕਾਰ ਨੂੰ ਵਿਚਾਰਨ ਦਾ ਮਨੋਰਥ ਇਹ ਹੈ ਕਿ ਆਧੁਨਿਕ ਪੰਜਾਬੀ ਗੀਤਾਂ ਵਿੱਚ ਦਲਿਤ ਵਰਗ ਨੂੰ ਉਸ ਤਰ੍ਹਾਂ ਹੀਣੇ, ਭਿੱਟੇ, ਨੀਵੇਂ ਦਰਜੇ ਦੇ ਜਾਤੀਗਤ ਟਿੱਪਣੀਆਂ ਅਤੇ ਗਾਲਾਂ ਦੇ ਰੂਪ ਵਿੱਚ ਨਹੀਂ ਪੇਸ਼ ਕੀਤਾ ਮਿਲਦਾ ਜਿਵੇਂ ਕਿ ਉਪਰੋਕਤ ਸਾਹਿਤ ਰੂਪਾਕਾਰਾਂ ਵਿੱਚ ਮਿਲਦਾ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਗੀਤ ਦਾ ਦਾਇਰਾ ਦੂਜੇ ਸਾਹਿਤ ਰੂਪਾਕਾਰਾਂ ਦੇ ਮੁਕਾਬਲਤਨ ਬਹੁਤ ਜ਼ਿਆਦਾ ਹੈ। ਕਾਨੂੰਨੀ ਤੌਰ 'ਤੇ ਵੀ ਜਾਤੀ ਸੂਚਕ ਜੇ ਆਪਾਂ ਸ਼ਬਦ ਵਰਤ ਕੇ ਕਿਸੇ ਨੂੰ ਬੁਲਾਉਂਦੇ ਹਾਂ ਤਾਂ ਉਹ ਜੁਰਮ ਮੰਨਿਆ ਜਾਂਦਾ ਹੈ। ਕਿਤਾਬਾਂ ਵਿੱਚ ਲਿਖਿਆ ਸਾਹਿਤ ਜਿੱਥੇ ਕੇਵਲ ਪੜ੍ਹੇ ਲਿਖੇ ਲੋਕਾਂ ਤੱਕ ਸੀਮਿਤ ਰਹਿੰਦਾ ਹੈ, ਪਰ ਜਿਹੜਾ ਗੀਤ ਹੈ ਇਹ ਆਮ ਜਨ ਸਧਾਰਨ ਤੱਕ ਵੀ ਪਹੁੰਚਦਾ ਹੈ। ਇਸ ਲਈ ਜੇ ਕੋਈ ਕਲਾਕਾਰ ਸਟੇਜ 'ਤੇ ਜਾਤੀ ਸੂਚਕ ਸ਼ਬਦ ਵਰਤਦਾ ਹੈ ਤਾਂ ਉਹ 'ਤੇ ਪਤਾ ਲੱਗ ਜਾਂਦਾ ਕਿ ਕੇਸ ਹੋ ਗਿਆ। ਪਰ ਜਿਹੜਾ ਕਿਤਾਬਾਂ ਵਿੱਚ ਇੰਨਾ ਕੁਝ ਲਿਖਿਆ ਗਿਆ, ਇੰਨੀਆਂ ਗਾਲਾਂ ਦਿੱਤੀਆਂ ਗਈਆਂ ਨੇ ਜਾਂ ਡਾਇਲੋਗ ਦੇ ਤੌਰ 'ਤੇ ਵੀ ਵਰਤੇ ਗਏ ਨੇ, ਉਹਨਾਂ ਬਾਰੇ ਨਹੀਂ ਪਤਾ ਲੱਗਦਾ ਕਿਉਂਕਿ ਜਿਨ੍ਹਾਂ ਬਾਰੇ ਲਿਖਿਆ ਗਿਆ ਉਹਨਾਂ ਨੇ ਪੜ੍ਹਿਆ ਹੀ ਨਹੀਂ ਗਾ। ਇਸ ਤੋਂ ਬਾਅਦ ਜਿਵੇਂ ਗੀਤ ਵਿੱਚ ਪੇਸ਼ ਕੀਤਾ ਗਿਆ, ਜਿਵੇਂ ਪੁੱਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐਨਕਾਂ, ਮੰਨਣ ਮਰਾਸੀ ਸੰਗਣਾ, ਤਾਂ ਇੱਥੇ ਮਰਾਸੀ ਦੀ ਗੁਣ ਦੱਸਿਆ ਗਿਆ, ਉਹਦੀ ਸੁਭਾਅ ਦੱਸਿਆ ਗਿਆ, ਉਹਦਾ ਆਦਤ ਦੱਸੀ ਗਈ ਹੈ ਕਿ ਇਹਨਾਂ ਨੂੰ ਬਹੁਤ ਗੱਲ ਔੜਦੀ ਹੈ, ਪਰ ਉਹਨਾਂ ਨੂੰ ਭੰਡਿਆ ਨਹੀਂ ਗਿਆ ਅਤੇ ਭੰਡਿਆ ਜਾ ਵੀ ਨਹੀਂ ਸਕਦਾ ਗੀਤ ਵਿੱਚ। ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ, ਉਹ ਇਹ ਹੈ ਕਿ ਗੀਤ ਵਿੱਚ ਦੂਜੇ ਸਾਹਿਤ ਰੂਪਾਕਾਰਾਂ ਦੇ ਮੁਕਾਬਲਤਨ ਜਿਹੜੀ ਆਕਰੋਸ਼ ਦੀ ਸੁਰ ਹੈ, ਵਿਦਰੋਹ ਦੀ ਸੁਰ ਹੈ, ਉਹ ਬੜੀ ਤਿੱਖੀ, ਸਪਸ਼ਟ ਅਤੇ ਭਾਵਕ ਰੂਪ ਵਿੱਚ ਪੇਸ਼ ਹੋਈ ਹੈ। ਨਰਿੰਦਰ ਬੀਬਾ ਦਾ ਗੀਤ ਹੈ ਜਿਹਦੇ ਵਿੱਚ ਦਲਿਤ ਔਰਤ ਕੇ ਜ਼ਿਮੀਂਦਾਰ ਨੂੰ ਕਿਵੇਂ ਸੰਬੋਧਨ ਹੁੰਦੀ ਹੈ। ਉਹ ਕਹਿੰਦੀ ਹੈ, ਹੋਇਆ ਕਿ ਜੇ ਪਿੰਡ ਵਿੱਚ ਤੇਰੀ ਸਰਦਾਰੀ ਵੇ, ਸਾਨੂੰ ਵੀ ਇਹ ਜਾਨੋਂ ਵੱਧ ਇੱਜ਼ਤ ਪਿਆਰੀ ਵੇ, ਅਸੀਂ ਕੀ ਫੂਕਣਾ ਕਿਸੇ ਦਾ ਸ਼ਾਹੂਕਾਰਾ ਵੀ, ਅਸੀਂ ਨਹੀਂ ਕਨੌੜ ਝੱਲਣੀ ਗੱਲ ਸੋਚ ਕੇ ਕਰੀ ਤੂੰ ਜੈਲਦਾਰਾ। ਇੱਕ ਦਲਿਤ ਔਰਤ ਕਿਸ ਤਰ੍ਹਾਂ ਸੰਬੋਧਨ ਹੋ ਰਹੀ ਹੈ ਕਿ ਗੀਤ ਵਿੱਚ ਉਹਨੂੰ ਸਪੇਸ ਮਿਲਦੀ ਹੈ ਕਿ ਉਹ ਆਪਣੀ ਗੱਲ ਨੂੰ ਬੜੇ ਤਿੱਖੇ ਰੂਪ ਵਿੱਚ ਕਹਿ ਸਕਦੀ ਹੈ। ਇੱਕ ਕੁਝ ਗੀਤ ਇਸ ਤਰ੍ਹਾਂ ਦੇ ਮਿਲਦੇ ਨੇ ਜਿਹੜੇ ਆਪਾਂ ਦੋ ਵੰਨਗੀਆਂ ਬਣਾ ਲੈਂਦੇ ਹਾਂ, ਕਿ ਸ਼ੋਸ਼ਕ ਅਤੇ ਸ਼ੋਸ਼ਰ ਧਿਰ ਦੋਵੇਂ ਤਰ੍ਹਾਂ ਨਾਲ ਸੰਬੰਧਿਤ ਗੀਤ ਮਿਲਦੇ ਨੇ। ਜਿਹੜੇ ਸ਼ੋਸ਼ਣ ਕਰਨ ਵਾਲੇ ਨੇ ਉਹਨਾਂ ਵਿੱਚ ਆ ਜਾਂਦੇ ਨੇ ਸ਼ਾਹੂਕਾਰ, ਜੈਲਦਾਰ, ਜ਼ਿਮੀਂਦਾਰ, ਸੇਠ, ਬ੍ਰਾਹਮਣ ਆਦਿ, ਅਤੇ ਦੂਜੇ ਪਾਸੇ ਜਿਹੜੇ ਸ਼ੋਸ਼ਿਤ ਨੇ ਉਹ ਦਲਿਤ ਔਰਤਾਂ, ਬੇਜ਼ਮੀਨੇ, ਮਜ਼ਦੂਰ, ਸੀਰੀ ਆਦਿ। ਆਧੁਨਿਕ ਪੰਜਾਬੀ ਗੀਤਾਂ ਵਿੱਚ ਇੱਕ ਪੱਖ ਇਹ ਵੇਖਣ ਵਿੱਚ ਆਇਆ ਹੈ ਕਿ ਸਾਰੀ ਜ਼ਿੰਦਗੀ ਖੇਤਾਂ ਵਿੱਚ ਕੰਮ ਕਰਨ ਦੇ ਬਾਵਜੂਦ ਨਾ ਤਾਂ ਦਲਿਤ ਲੋਕ ਖੇਤਾਂ ਦੇ ਮਾਲਕ ਬਣ ਸਕੇ ਅਤੇ ਨਾ ਹੀ ਸਮਾਜਿਕ ਅਤੇ ਆਰਥਿਕ ਪੱਖੋਂ ਉਹਨਾਂ ਦੇ ਜੀਵਨ ਵਿੱਚ ਕੋਈ ਪਰਿਵਰਤਨ ਆਉਂਦਾ ਹੈ, ਸਗੋਂ ਇਹ ਗੁਲਾਮੀ ਦੀ ਪਰੰਪਰਾ ਪੀੜ੍ਹੀ ਦਰ ਪੀੜ੍ਹੀ ਕਾਰਜਸ਼ੀਲ ਰਹਿੰਦੀ ਹੈ। ਆਧੁਨਿਕ ਪੰਜਾਬੀ ਗੀਤਾਂ ਵਿੱਚ ਆਧੁਨਿਕ ਪੰਜਾਬੀ ਗੀਤ ਇੱਕ ਪੱਖੀ ਹਨ। ਇੱਥੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਇਹਨਾਂ ਵਿੱਚ ਸ਼ੋਸ਼ਿਤ ਧਿਰ ਦੀ ਆਵਾਜ਼ ਨੂੰ ਹੀ ਪੇਸ਼ ਕੀਤਾ ਗਿਆ ਹੈ, ਭਾਵੇਂ ਉਹ ਗੈਰ ਦਲਿਤ ਲੇਖਕ ਵੱਲੋਂ ਕੀਤਾ ਜਾਵੇ ਜਾਂ ਦਲਿਤ ਵੱਲੋਂ, ਕਿਤੇ ਵੀ ਜਿਹੜਾ ਸ਼ੋਸ਼ਣ ਕਰਨ ਵਾਲਾ ਹੈਗਾ ਉਹਦੀ ਆਵਾਜ਼ ਨੂੰ ਨਹੀਂ ਪੇਸ਼ ਕੀਤਾ, ਉਹ ਵੀ ਹਾਂ ਪੱਖੀ ਰੂਪ ਵਿੱਚ ਵੀ ਕਿ ਉਹ ਜੋ ਕਹਿ ਰਿਹਾ ਹੈਗਾ, ਜੋ ਸ਼ੋਸ਼ਣ ਕਰ ਰਿਹਾ ਤਾਂ ਠੀਕ ਹੈ। ਇਸ ਤਰ੍ਹਾਂ ਦਾ ਕੋਈ ਵੀ ਗੀਤ ਨਹੀਂ ਮਿਲਦਾ। ਜਿਵੇਂ ਸਾਡਾ ਬਚਪਨ ਸੋਚਾਂ ਵਿੱਚ ਖੋ ਗਿਆ, ਜ਼ਿਮੀਂਦਾਰਾਂ ਸੀਰੀ ਰਲ ਕੇ, ਰਾਖੀ ਖੇਤਾਂ ਦੀ ਕਰੀ ਅਸੀਂ ਰਾਤੀ ਨਹੀਂ ਸੂਰਜਾਂ ਦੇ ਵਾਂਗ ਬਲ ਕੇ, ਮਾਰੇ ਚੌਧਰਾਂ ਫੇਰ ਵੀ ਚੌਧਰੀ ਨਖਰੇ ਮੇਚ ਨਾ ਹੋਏ, ਸਾਡੇ ਖੇਤਾਂ ਵਿੱਚ ਰੁਲ ਗਈ ਜਵਾਨੀ ਨਿਮਾਏ ਸਾਡੇ ਖੇਤ ਨਾ ਹੋਏ। ਆਧੁਨਿਕ ਪੰਜਾਬੀ ਗੀਤਾਂ ਵਿੱਚ ਜਿਹੜੇ ਸਭ ਤੋਂ ਵੱਧ ਗੀਤ ਲਿਖੇ ਗਏ ਨੇ
ਉਹ ਔਰਤ ਨੂੰ ਮੁੱਖ ਪਾਤਰ ਦੇ ਤੌਰ 'ਤੇ ਰੱਖ ਕੇ ਲਿਖੇ ਗਏ ਨੇ, ਕਿਉਂਕਿ ਸਭ ਤੋਂ ਵੱਧ ਜਿਹੜੀ ਸ਼ਿਕਾਰ ਔਰਤ ਹੈ ਸ਼ੋਸ਼ਣ ਦਾ, ਉਹ ਔਰਤ ਹੀ ਹੁੰਦੀ ਹੈ। ਉਹਦਾ ਕਾਰਨ ਜਿਵੇਂ ਸੰਤ ਰਾਮਦਾਸੀ ਦੇ ਬਹੁਤ ਗੀਤ ਨੇ, ਚੂੜੀਆਂ ਦਾ ਹੁੱਕਾ, ਮਰਦਾਨੇ ਨੂੰ ਮਰਦਾਨਣ ਦਾ ਖੱਤ, ਕਾਲੀ ਕੁੜੀ ਦਾ ਗੀਤ, ਡੋਲੀ, ਜਿਨ੍ਹਾਂ ਵਿੱਚ ਔਰਤ ਦੀ ਦੁਰਦਸ਼ਾ ਨੂੰ ਔਰਤ ਦੇ ਮੂੰਹੋਂ ਹੀ ਬਿਆਨ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਸ਼ੋਸ਼ਕ ਧਿਰਾਂ ਵੱਲੋਂ ਵੀ ਦਲਿਤ ਔਰਤ ਉੱਤੇ ਸਭ ਤੋਂ ਵੱਧ ਸ਼ੋਸ਼ਣ ਕੀਤਾ ਜਾਂਦਾ। ਇਹਦਾ ਜਿਹੜੀ ਵੱਖ-ਵੱਖ ਰੂਪਾਕਾਰਾਂ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਔਰਤ ਦੀ ਅਨਪੜ੍ਹਤਾ, ਆਰਥਿਕ ਤੌਰ 'ਤੇ ਸਮਰੱਥ ਨਾ ਹੋਣਾ ਅਤੇ ਭੂਮੀਹੀਣਤਾ ਵੱਡੇ ਕਾਰਨ ਹਨ, ਜਿਸ ਕਾਰਨ ਉਹਨਾਂ ਨੂੰ ਇੱਕ ਵਸਤੂ ਦੇ ਤੌਰ 'ਤੇ ਸਮਝਿਆ ਜਾਂਦਾ ਹੈ। ਆਪਣੇ ਨਿੱਜੀ ਪਰਿਵਾਰਾਂ ਵਿੱਚ ਵੀ ਦਲਿਤ ਔਰਤ ਦਾ ਦਰਜਾ ਦੁਝਾਲਾ ਹੈ। ਧਰਮ ਕੰਮਿਆਣਾ ਦਾ ਇੱਕ ਗੀਤ ਹੈ ਜਿਹਦੇ ਵਿੱਚ ਉਹਨਾਂ ਦੀ ਸਥਿਤੀ ਨੂੰ ਬਿਆਨ ਕਰਦਾ ਹੈ। ਦਲਿਤ ਔਰਤ ਦੇ ਟੁੱਟਦੇ ਸੁਪਨੇ, ਜ਼ਖਮੀ ਰੀਝਾਂ, ਸ਼ੋਸ਼ਕਾਂ ਵੱਲੋਂ ਕੀਤੇ ਜਾਂਦੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਨੂੰ ਬਖੂਬੀ ਨਾਲ ਪ੍ਰਗਟਾਇਆ ਹੈ। ਵਾਢੀ ਵੱਢਦਿਆਂ ਸਾਡਾ ਉੱਡ ਜਾਂਦਾ ਰੰਗ, ਸਿਲੇ ਚੁਗਦਿਆਂ ਉੱਡ ਜੇ ਜਵਾਨੀ, ਖੇਤਾਂ ਵਿੱਚੋਂ ਲੱਭੀ ਕਿਸੇ ਮੈਲੀ ਜਿਹੀ ਚੁੰਨੀ ਕੋਲੋਂ, ਪੁੱਛ ਲੈਣਾ ਆਸਾਂ ਦੀ ਕਹਾਣੀ, ਸਾਡਾ ਛੋਇਆ ਪਿੱਟਿਆ ਵੀ ਪੀਣ ਨਾ ਜੋ ਪਾਣੀ, ਪੀ ਗਏ ਅੰਗਾਂ ਵਾਲੀ ਮਹਿਕ ਨੂੰ ਨਿਚੋੜ। ਇੱਕ ਪੱਖ ਹੋਰ ਮਿਲਦਾ ਹੈ ਗੀਤਾਂ ਦਾ, ਉਹ ਹੈਗਾ ਕਿ ਜੱਟ ਤੇ ਸੀਰੀ ਦੇ ਰਿਸ਼ਤੇ ਨਾਲ ਸੰਬੰਧਿਤ। ਇਹ ਦੋਵੇਂ ਪੱਖ ਮਿਲਦੇ ਨੇ, ਸਕਾਰਾਤਮਕ ਵੀ ਤੇ ਨਕਾਰਾਤਮਕ ਵੀ, ਕਿਉਂਕਿ ਸਾਰੇ ਜੱਟਾਂ ਦੀ ਹਾਲਤ ਵੀ ਇੱਕੋ ਜਿਹੀ ਨਹੀਂ ਹੁੰਦੀ। ਕਈ ਵਾਰੀ ਜਾਤੀ ਤੌਰ ਤੇ ਜੱਟ ਹੁੰਦਿਆਂ ਹੋਇਆਂ ਵੀ ਜੱਟ ਦੀ ਆਰਥਿਕ ਦਸ਼ਾ ਕਮਜ਼ੋਰ ਹੁੰਦੀ ਹੈ, ਜਿਸ ਕਾਰਨ ਫਸਲ ਦਾ ਨੁਕਸਾਨ ਹੋਣ ਜਾਂ ਬੈਂਕ ਵਾਲਿਆਂ ਦੀ ਕੁਰਕੀ ਕਾਰਨ ਜ਼ਮੀਨ ਦੀ ਬੋਲੀ ਲੱਗਣ ਸਮੇਂ ਜੱਟ ਤੇ ਸੀਰੀ ਇੱਕੋ ਦੁੱਖ ਦੇ ਭਾਗੀ ਹੋ ਜਾਂਦੇ ਹਨ, ਕਿਉਂਕਿ ਦੋਵਾਂ ਦੇ ਘਰ ਦਾ ਆਰਥਿਕ ਸਰੋਤ ਜ਼ਮੀਨ ਹੁੰਦੀ ਹੈ। ਉਹਦਾ ਹਵਾਲਾ ਪਹਿਲਾਂ ਆ ਚੁੱਕਿਆ ਹੈ ਕਿ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ। ਅਤੇ ਹੁਣ ਮੈਂ ਜਿਹੜੇ ਪਾਪੂਲਰ ਗੀਤ ਨੇ ਦੋ ਉਦਾਹਰਨ ਉਹਨਾਂ ਦੀ ਦੇਣਾ ਚਾਹੁੰਦਾ ਕਿ ਰਿਜ਼ਰਵੇਸ਼ਨ ਤੋਂ ਬਾਅਦ ਕਿਵੇਂ ਉਹਨਾਂ ਦੇ ਵਿੱਚ ਇੱਕ ਨਵੀਂ ਜਾਗਰਤੀ ਆਉਂਦੀ ਹੈ, ਉਹਨਾਂ ਨੂੰ ਹੱਕ ਮਿਲਣੇ ਸ਼ੁਰੂ ਹੁੰਦੇ ਨੇਗੇ ਅਤੇ ਇਹਨਾਂ ਨਾਲ ਉਹਨਾਂ ਅੰਦਰ ਆਪਣੀ ਜਾਤੀ ਪ੍ਰਤੀ ਸਨਮਾਨ ਦੀ ਭਾਵਨਾ ਵੱਧਦੀ ਹੈ। ਇਹਨਾਂ ਦਾ ਜ਼ਿਕਰ ਗੀਤਾਂ ਵਿੱਚ ਵੀ ਆਉਂਦਾ ਹੈ। ਉਹ ਕਹਿੰਦਾ ਹੈ ਕਿ ਗੱਲ ਸੋਚ ਕੇ ਕਰਿਓ ਜੀ ਤੁਸੀਂ ਹੁਣ ਨਾਲ ਸਤਿਕਾਰਾਂ ਦੇ, ਕਿਸੇ ਤੋਂ ਘੱਟ ਕਹਾਉਂਦੇ ਨਾ ਹੁਣ ਤਾਂ ਮੁੰਡੇ ਚਮਾਰਾਂ ਦੇ। ਅਤੇ ਇਹਨਾਂ ਗੀਤਾਂ ਵਿੱਚ ਮੈਂ ਵੈਸੇ ਪੜ੍ਹ ਦਿੰਦਾ, ਇਹਨਾਂ ਦੇ ਜਿਹੜੇ ਨਾਇਕ ਨੇ ਪਾਪੂਲਰ ਵਿੱਚ ਆ ਕੇ, ਨਾ ਤਾਂ ਉਹ ਜੱਗਾ ਜਾਉਣਾ, ਦੁੱਲਾ ਭਗਤ ਸਿੰਘ, ਊਧਮ ਸਿੰਘ ਰਹਿੰਦਾ, ਨਾ ਕੋਈ ਰੱਬ ਰਹਿੰਦਾ। ਇਹਨਾਂ ਦੇ ਜਿਹੜੇ ਰਹਿਬਰ ਨੇ, ਉਹ ਮੁੱਖ ਜਿਹੜੇ ਨਾਇਕ ਬਣਦੇ ਨੇ, ਉਹ ਡਾਕਟਰ ਭੀਮ ਰਾਓ ਅੰਬੇਦਕਰ ਜੀ ਅਤੇ ਗੁਰੂ ਰਵਿਦਾਸ ਜੀ। ਉਹ ਆਪਣੀ ਜਿਹੜੀ ਸਫਲਤਾ ਦਾ ਕਾਰਨ ਮੰਨਦੇ ਨੇ, ਉਹ ਇਹਨਾਂ ਨੂੰ ਮੰਨਦੇ ਨੇ, ਜਿਨ੍ਹਾਂ ਦੇ ਗੀਤਾਂ ਵਿੱਚ ਵੀ ਆਉਂਦਾ ਹੈ, ਦਿੱਤੀਆਂ ਦਲੇਰੀਆਂ ਨੇ ਸਾਨੂੰ ਬਾਬਾ ਸਾਹਿਬ ਨੇ, ਜਿੰਨੇ ਸੀ ਅਧੂਰੇ ਕੀਤੇ ਪੂਰੇ ਸਭ ਖਾਬ ਨੇ, ਲੋਕੀ ਸੜਦੇ ਆ ਜਿਹੜੇ ਸੜੀ ਜਾਣਦੇ, ਅੱਗ ਬੈਰੀਆਂ ਦੇ ਸੀਨੇ ਵਿੱਚ ਲਾਉਂਦਾ ਬੱਲੀਏ, ਕਿਹੜਾ ਚੱਕ ਲੂਗਾ ਟਾਈਮ ਨਹੀਂ ਚਮਾਰਦਾ, ਖੁੱਲ੍ਹੇ ਸ਼ੇਰ ਨੂੰ ਨਾ ਹੱਥ ਕੋਈ ਪਾਉਂਦਾ ਬੱਲੀਏ। ਇੱਕ ਪੱਖ ਇਹ ਵੀ ਹੈ ਕਿ ਜਿਹੜੀ ਜਾਤ ਹੈਗੀ ਉਹ ਪ੍ਰੇਮੀ ਪ੍ਰੇਮਿਕਾ ਦੇ ਜਿਹੜੇ ਵਿਆਹ ਦੇ ਵਿੱਚ ਵੱਡੀ ਰੁਕਾਵਟ ਬਣਦੀ ਹੈ। ਲਾਲ ਸਿੰਘ ਦਿਲ ਦੀ ਕਵਿਤਾ ਤੁਸੀਂ ਪੜ੍ਹੀ ਹੋਏਗੀ, ਮੇਰੇ ਨਾਲ ਪਿਆਰ ਕਰਦੀ ਹੈ ਪਰ ਜਾਤ ਕੁੜੀ ਹੈ। ਐਵੇਂ ਦੇ ਹੀ ਭਾਵਾਂ ਨੂੰ ਇਹਦੇ ਵਿੱਚ ਗੀਤਾਂ ਵਿੱਚ ਵੀ ਪੇਸ਼ ਕੀਤਾ ਜਾਂਦਾ, ਜਿਹਦੇ ਵਿੱਚ ਇੱਕ ਉੱਚੀ ਜਾਤ ਦੀ ਕੁੜੀ ਕਹਿੰਦੀ ਹੈ ਉਹਨੂੰ ਕਿ ਤੂੰ ਨੀਵੀਂ ਜਾਤ ਦਾ ਜਾਇਆ, ਮੈਂ ਉੱਚੀ ਕੁੱਲ ਦਾ ਸਾਇਆ, ਰਹਿਣੇ ਵਾਅਦੇ ਹੀ ਸਰਮਾਇਆ, ਬੇਕਾਹ ਦਾ ਜੀਣ ਗਟਾਰਾਂ ਦਾ, ਮੇਰੇ ਮਾਪੇ ਜਰ ਨਹੀਂ ਸਕਦੇ ਵੇ ਤੂੰ ਮੁੰਡਾ ਚਮਾਰਾਂ ਦਾ। ਪਰ ਹੁਣ ਉਹ ਇੱਥੇ ਜਿਹੜਾ ਕਾਊਂਟਰ ਕਰਦਾ, ਉਹ ਇਹ ਕਹਿੰਦਾ ਹੈ ਕਿ ਰਹਿੰਦੇ ਅਣਖ ਇੱਜ਼ਤ ਨਾਲ ਬੱਲੀਏ ਨਹੀਂ ਸੋਹਣੇ ਪੁੱਤ ਚਮਾਰਾਂ ਦੇ, ਕਿ ਹੁਣ ਅਸੀਂ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ, ਹੁਣ ਸਾਡੇ 'ਚ ਵੀ ਹੈਗੀ ਗੱਲਬਾਤ। ਉਪਰੋਕਤ ਵਿਚਾਰ ਚਰਚਾ ਤੋਂ ਬਾਅਦ ਆਖਰੀ ਪੈਰਾ ਪੜ੍ਹ ਦੇਣਾ ਕਿ ਮੂਲ ਜਿਹੜੇ ਸਿੱਟੇ ਜੇ ਮੈਨੂੰ ਸਮਝ ਆਏ ਉਹ ਦੱਸ ਦੇਣਾ ਕਿ ਪੰਜਾਬੀ ਗੀਤਾਂ ਵਿੱਚ ਸਾਹਿਤ ਦੇ ਦੂਜੇ ਰੂਪਾਕਾਰਾਂ ਦੇ ਮੁਕਾਬਲਤਨ ਦਲਿਤ ਵਰਗ ਪ੍ਰਤੀ ਨਿਮਨ, ਘਟੀਆ, ਭੰਡਨ ਜਾਂ ਨਕਾਰਾਤਮਕ ਦ੍ਰਿਸ਼ਟੀਕੋਣ ਨਹੀਂ ਪੇਸ਼ ਕੀਤਾ ਗਿਆ ਅਤੇ ਆਧੁਨਿਕ ਪੰਜਾਬੀ ਗੀਤਾਂ ਵਿੱਚ ਦਲਿਤ ਵਰਗ ਦੀ ਤਰਾਸਕ ਸਥਿਤੀ ਵਿੱਚੋਂ ਪੈਦਾ ਹੋਈ ਦਲਿਤ ਚੇਤਨਾ ਅਤੇ ਵਿਰੋਧ ਦੀ ਸੁਰ ਦੂਜੇ ਸਾਹਿਤ ਰੂਪਾਕਾਰਾਂ ਦੇ ਮੁਕਾਬਲਤਨ ਜ਼ਿਆਦਾ ਭਾਵਕ, ਤਿੱਖੀ ਅਤੇ ਸਪਸ਼ਟ ਰੂਪ ਵਿੱਚ ਮਿਲਦੀ ਹੈ। ਦਲਿਤ ਜੀਵਨ ਨੂੰ ਪੇਸ਼ ਕਰਨ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ, ਉਹ ਵੀ ਦਲਿਤ ਜੀਵਨ ਦੇ ਨੇੜੇ ਤੇੜੇ ਵਿੱਚੋਂ ਲਏ ਗਏ ਨੇ ਬਿੰਬ ਤੇ ਸ਼ਬਦ, ਜਿਵੇਂ ਸਰਕੜਾ, ਪਾਟੀ ਚੁੰਨੀ, ਸੂਦ, ਕਰਜ਼ਾ, ਕਿਰਤੀ, ਝੁੱਗੀ, ਸੂਰਜ, ਇਸ ਤਰ੍ਹਾਂ ਦੇ ਬਿੰਬ ਪ੍ਰਤੀਕ ਵਰਤੇ ਗਏ ਨੇ। ਸ਼ੋਸ਼ਣ ਦਾ ਸ਼ਿਕਾਰ ਦਲਿਤ ਔਰਤ ਨੂੰ ਸਭ ਕੇਂਦਰ ਵਿੱਚ ਰੱਖ ਕੇ ਸਭ ਤੋਂ ਵੱਧ ਗੀਤ ਲਿਖੇ ਗਏ ਨੇ। ਜੱਟਾਂ ਅਤੇ ਜ਼ਿਮੀਂਦਾਰਾਂ ਦੇ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਪੱਖ ਪੇਸ਼ ਕੀਤੇ ਗਏ ਨੇ। ਸਾਰੇ ਗੀਤ ਇੱਕ ਪੱਖੀ ਹਨ, ਭਾਵ ਦਲਿਤ ਵੱਲੋਂ ਜਾਂ ਦਲਿਤ ਦੇ ਮੂੰਹੋਂ ਕਹਾਏ ਗਏ ਹਨ। ਸ਼ੋਸ਼ਕ ਧਿਰ ਵੱਲੋਂ ਜਾਂ ਸ਼ੋਸ਼ਕਾਂ ਨੂੰ ਹਾਂ ਪੱਖੀ ਰੂਪ ਵਿੱਚ ਪੇਸ਼ ਕਰਨ ਵਾਲਾ ਕੋਈ ਵੀ ਗੀਤ ਨਹੀਂ ਮਿਲਦਾ। ਦਲਿਤ ਮਨੁੱਖ ਦੀ ਸਥਿਤੀ ਇੱਕੋ ਜਿਹੀ ਨਹੀਂ ਰਹਿੰਦੀ, ਸਗੋਂ ਆਰਥਿਕ ਦਸ਼ਾ, ਸਰਕਾਰੀ ਰੁਤਬੇ ਅਤੇ ਸਾਧਨਾਂ ਦੀ ਪ੍ਰਾਪਤੀ ਨਾਲ ਸਥਿਤੀ ਬਦਲ ਵੀ ਜਾਂਦੀ ਹੈ, ਜਿਸ ਦਾ ਪ੍ਰਗਟਾਵਾ ਪਾਪੂਲਰ ਪੰਜਾਬੀ ਗੀਤਾਂ ਵਿੱਚ ਹੋਇਆ ਮਿਲਦਾ ਹੈ। ਇਹ ਗੀਤ ਜਿੱਥੇ ਜਾਤੀਹੀਣਤਾ ਦੀ ਥਾਂ ਜਾਤ ਪ੍ਰਤੀ ਸਵੈਮਾਨ ਨੂੰ ਪੇਸ਼ ਕਰਦੇ ਨੇ ਅਤੇ ਆਪਣੇ ਨਿੱਜੀ ਸੰਘਰਸ਼ ਦੀ ਗਾਥਾ ਨੂੰ ਪੇਸ਼ ਕਰਦੇ ਨੇ। ਇੱਕ ਗੀਤ ਇੱਕ ਇਹ ਵੀ ਦੇਖਣ ਨੂੰ ਮਿਲਿਆ ਕਿ ਜਿਹੜੇ ਇਹ ਫੜਾਂ ਵੀ ਮਾਰ ਦਿੰਦੇ ਨੇ ਕਈ ਵਾਰੀ, ਪਰ ਉਹਦਾ ਜਿਹੜਾ ਵਿਸਥਾਰ ਦਿੰਦੇ ਨੇ ਅੰਤਰਾਂ ਦੇ ਵਿੱਚ, ਤਾਂ ਉਹ ਦੱਸ ਦਿੰਦੇ ਕਿ ਅਸੀਂ ਬੜੀ ਮਿਹਨਤ ਕਰੀ ਹੈ, ਅਸੀਂ ਦਿਹਾੜੀਆਂ ਲਾਈਆਂ, ਅਸੀਂ ਬੜਾ ਸੰਘਰਸ਼ ਕਰਕੇ ਪਹੁੰਚੇ ਹਾਂ। ਉਹ ਐਵੇਂ ਨਹੀਂ ਕਹਿੰਦੇ ਕਿ ਸਾਨੂੰ ਆਪਣੇ ਵਿਰਾਸਤ ਵਿੱਚੋਂ ਮਿਲੇ ਨੇ। ਅਤੇ ਲਾਸਟ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਜਿਹੜੇ ਨਾਇਕ ਨੇ ਉਹ ਮੈਂ ਦੱਸ ਚੁੱਕਾ ਕਿ ਅੰਬੇਦਕਰ ਅਤੇ ਗੁਰੂ ਰਵਿਦਾਸ ਜੀ, ਅਤੇ ਗੈਰ ਦਲਿਤ ਦੇ ਲੇਖਕ
ਜਦੋਂ ਗੀਤ ਨੂੰ ਲਿਖਦਾ ਹੈ, ਇਹਨਾਂ ਵਿੱਚ ਵੱਡਾ ਫਰਕ ਮੈਨੂੰ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਗੈਰ ਦਲਿਤ ਜਦੋਂ ਬੰਦਾ ਲਿਖਦਾ ਹੈ ਤਾਂ ਉਹ ਹਮਦਰਦੀ ਨੂੰ ਕੇਂਦਰ ਵਿੱਚ ਰੱਖ ਦਿੰਦਾ ਕਿ ਉਹ ਹਮਦਰਦੀ ਹੁੰਦੀ ਹੈ ਸਾਨੂੰ ਜਦੋਂ ਲਿਖਦਾ ਗਾ। ਪਰ ਜਦੋਂ ਜਿਹੜਾ ਗੈਰ ਦਲਿਤ ਬੰਦਾ ਲਿਖਦਾ ਗਾ ਉਹਦੇ ਲਿਖਤ ਦੇ ਵਿੱਚ ਉਹਦਾ ਜਾਤੀ ਜਿਹੜੀ ਪੀੜ ਹੈ, ਦੁੱਖ ਹੈ ਜਾਂ ਆਕਰੋਸ਼ ਹੈ, ਉਹ ਤਿੱਖੇ ਰੂਪ ਵਿੱਚ ਪੇਸ਼ ਹੁੰਦਾ ਹੈਗਾ। ਜਿਹੜਾ ਗੈਰ ਦਲਿਤ ਬੰਦਾ ਹੈ, ਉਹ ਹਮਦਰਦੀ ਨੂੰ ਜ਼ਿਆਦਾ ਕੇਂਦਰ ਵਿੱਚ ਰੱਖ ਕੇ ਲਿਖਦਾ। ਜਿਹੜਾ ਦਲਿਤ ਬੰਦਾ ਹੈਗਾ ਉਹ ਜ਼ਿਆਦਾ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਜਿਹੜੀ ਉਹਦੀ ਆਵਾਜ਼ ਹੈ। ਮਿਹਰਬਾਨੀ।